ਹੈਲੋ ਸਟੂਡੈਂਟ ਵੈਲਕਮ ਬੈਕ। ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਕਲਾਸ ਦੀ ਸੈਸ਼ਨ ਦੇ ਵਿੱਚ। ਹਾਂਜੀ, ਤਾਂ ਲਾਸਟ ਜਿਹੜੀ ਸਾਡੀ 28 ਨੰਬਰ ਕਲਾਸ ਹੈ ਉਹਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀਗਾ ਆਪਾਂ ਕਰ ਰਹੇ ਸੀਗੇ ਨਦੀ ਤੰਤਰ। ਤਾਂ ਆਪਾਂ ਲਾਸਟ ਕਲਾਸ ਵਿੱਚ ਕੀਤਾ ਸੀ ਬ੍ਰਹਮਪੁੱਤਰ ਨਦੀ ਤੰਤਰ ਤੇ ਗੰਗਾ ਨਦੀ ਤੰਤਰ। ਤਾਂ ਮੈਂ ਤੁਹਾਨੂੰ ਲਾਸਟ ਕਲਾਸ 'ਚ ਕਿਹਾ ਸੀ ਵੀ ਅੱਜ ਅਸੀਂ ਕਰਾਂਗੇ ਭਾਰਤ ਦਾ ਜਿਹੜਾ ਪ੍ਰਾਇਦੀਪੀ ਪਠਾਰ ਦਾ ਨਦੀ ਤੰਤਰ ਹੈ। ਸਟਾਰਟਿੰਗ ਦੀ ਜਿਹੜੀ ਨਦੀ ਤੰਤਰ ਦੀ ਕਲਾਸ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਭਾਰਤ ਦੀਆਂ ਨਦੀਆਂ ਨੂੰ ਬੇਸਿਕਲੀ ਦੋ ਭਾਗਾਂ 'ਚ ਵੰਡਦੇ ਹੁੰਦੇ ਹਾਂ। ਇੱਕ ਹਿਮਾਲਿਆ ਪਰਬਤ ਦੀ ਨਦੀਆਂ ਨੇਗੀਆਂ ਤੇ ਇੱਕ ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ਨੇ। ਜਿਹੜੀ ਹਿਮਾਲਿਆ ਦੀ ਨਦੀਆਂ ਸੀ ਉਹਨੂੰ ਅਸੀਂ ਤਿੰਨ ਭਾਗਾਂ 'ਚ ਵੰਡਿਆ ਸੀਗਾ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀਤਾ ਸੀਗਾ ਸਿੰਧੂ ਨਦੀ ਤੰਤਰ, ਤੇ ਉਸ ਤੋਂ ਬਾਅਦ ਅਸੀਂ ਗੰਗਾ ਨਦੀ ਤੰਤਰ ਤੇ ਬ੍ਰਹਮਪੁੱਤਰ ਨਦੀ ਤੰਤਰ ਕੀਤਾ। ਅੱਜ ਅਸੀਂ ਦੇਖਾਂਗੇ ਪ੍ਰਾਇਦੀਪੀ ਜਿਹੜਾ ਪਠਾਰ ਦਾ ਸਾਡਾ ਨਦੀ ਤੰਤਰ ਹੈਗਾ, ਇਹਦੇ ਵਿੱਚ ਕਿਹੜੀ ਕਿਹੜੀ ਨਦੀਆਂ ਆ ਜਾਂਦੀਆਂ ਨੇ ਤੇ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਕਿਹੜੀ ਕਿਹੜੀ ਨਦੀਆਂ ਨੇ। ਤਾਂ ਇਹਨੂੰ ਵੀ ਅਸੀਂ ਦੋ ਭਾਗਾਂ 'ਚ ਵੰਡਦੇ ਹਾਂ। ਇੱਕ ਤਾਂ ਉਹ ਨਦੀਆਂ ਨੇ ਜਿਹੜੀ ਬੰਗਾਲ ਦੀ ਖਾੜੀ 'ਚ ਜਾ ਕੇ ਸਮਾ ਜਾਂਦੀਆਂ ਨੇਗੀਆਂ, ਠੀਕ ਹੈ, ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋਗੇ ਇਹ ਸਾਡੀ ਬੰਗਾਲ ਦੀ ਖਾੜੀ ਆ ਗਈ। ਇਹ ਸਾਡਾ ਅਰਬ ਸਾਗਰ ਆ ਗਿਆ। ਕੁਝ ਨਦੀਆਂ ਇਸ ਪਾਸੇ ਆ ਜਾਂਦੀਆਂ ਨੇ ਤੇ ਕੁਝ ਪਾਸੇ ਇਹ ਨਦੀਆਂ ਜਿਹੜੀ ਇਸ ਪਾਸੇ ਆ ਜਾਂਦੀਆਂ। ਤਾਂ ਆਪਾਂ ਇਹਨੂੰ ਦੇਖਾਂਗੇ। ਬੰਗਾਲ ਦੀ ਖਾੜੀ 'ਚ ਸਮਾਉਣ ਵਾਲੀਆਂ ਨਦੀਆਂ, ਸਭ ਤੋਂ ਪਹਿਲਾਂ ਆਪਾਂ ਬੰਗਾਲ ਦੀ ਖਾੜੀ ਦੇ ਵਿੱਚ ਸਮਾਉਣ ਵਾਲੀਆਂ ਨਦੀਆਂ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਆਪਾਂ ਅਰਬ ਸਾਗਰ ਦੇ ਵਿੱਚ ਜਾ ਕੇ ਸਮਾਉਣ ਵਾਲੀਆਂ ਜਿਹੜੀ ਨਦੀਆਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਆਪਾਂ ਬੰਗਾਲ ਦੀ ਖਾੜੀ। ਤਾਂ ਬੰਗਾਲ ਦੀ ਖਾੜੀ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਨਦੀ ਹੈਗੀ ਸਾਡੀ ਉਹ ਹੈਗੀ ਮਹਾਨਦੀ। ਵੈਰੀ ਵੈਰੀ ਇੰਪੋਰਟੈਂਟ ਨਦੀ ਹੈ ਮਹਾਨਦੀ, ਠੀਕ ਹੈ। ਅਪਰੋਕਸ 851 ਕਿਲੋਮੀਟਰ ਦਾ ਸਫ਼ਰ ਕਰਦੀ ਹੋਈ ਇਹ ਜਾ ਕੇ ਬੰਗਾਲ ਦੀ ਖਾੜੀ 'ਚ ਜਾ ਕੇ ਸਮਾ ਜਾਂਦੀ ਹੈ। ਇਹਦਾ ਜਿਹੜਾ ਜਨਮ ਹੁੰਦਾ ਜੀ ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹਾ ਦੇ ਸਿਹਾਵਾ, ਵੈਰੀ ਇੰਪੋਰਟੈਂਟ ਹੈ ਜੀ, ਸਿਹਾਵਾ ਨਾਮਕ ਸਥਾਨ ਤੋਂ ਨਿਕਲਦੀ ਹੈ ਇਹ, ਠੀਕ ਹੈ। ਤੇ ਇਸ ਨਦੀ ਨੂੰ ਅਸੀਂ ਉੜੀਸਾ ਦੇ ਸੋਗ ਦੇ ਨਾਮ ਨਾਲ ਵੀ ਜਾਣਦੇ ਹੁੰਦੇ ਹਾਂ, ਠੀਕ ਹੈ। ਜਿਵੇਂ ਆਪਾਂ ਕੋਸੀ ਨੂੰ ਬਿਹਾਰ ਦਾ ਸੋਗ ਆਖ ਦਿੰਦੇ ਹਾਂ, ਦਮੋਦਰ ਨੂੰ ਅਸੀਂ ਬੰਗਾਲ ਦਾ ਸੋਗ ਆਖ ਦਿੰਦੇ ਹਾਂ। ਇਸ ਤਰ੍ਹਾਂ ਜਿਹੜੀ ਮਹਾਨਦੀ ਇਹਨੂੰ ਅਸੀਂ ਉੜੀਸਾ ਦੇ ਸੋਗ ਦੇ ਨਾਮ ਨਾਲ ਜਾਣਦੇ ਹੁੰਦੇ ਹਾਂ। ਤੇ ਵੈਰੀ ਇੰਪੋਰਟੈਂਟ ਹੈ ਜੀ ਇਹ। ਮਹਾਨਦੀ ਦੀ ਖਾਸੀਅਤ ਕੀ ਹੈ? ਇੱਕ ਤਾਂ ਹੀਰਾਕੁੰਡ ਡੈਮ ਤੁਸੀਂ ਸੁਣਿਆ ਹੋਊਗਾ। ਹੀਰਾਕੁੰਡ ਡੈਮ ਸੰਸਾਰ ਦਾ ਸਭ ਤੋਂ ਲੰਬਾ ਡੈਮ ਹੈ, ਲੰਬਾ ਡੈਮ ਹੈ, ਠੀਕ ਹੈ ਜੀ। ਤਾਂ ਜਿਹੜਾ ਸੰਸਾਰ ਦਾ ਸਭ ਤੋਂ ਲੰਬਾ ਡੈਮ ਹੀਰਾਕੁੰਡ ਡੈਮ ਹੈਗਾ ਉਹ ਇਸੇ ਮਹਾਨਦੀ ਦੇ ਉੱਪਰ ਬਣਿਆ ਹੋਇਆ, ਠੀਕ ਹੈ। ਤਾਂ ਵੈਰੀ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਇਹਦੇ ਉੱਪਰ ਟਿਕਰਾਪਾਰਾ ਤੇ ਨਰਾਜ਼ ਨਾਮਕ ਯੋਜਨਾਵਾਂ ਵੀ ਚਲਾਈਆਂ ਗਈਆਂ ਨੇ ਇਹਦੇ ਵਿੱਚ ਵੀ, ਠੀਕ ਹੈ ਜੀ। ਤੇ ਵੈਰੀ ਇੰਪੋਰਟੈਂਟ ਤਿੰਨ ਯੋਜਨਾਵਾਂ ਯਾਦ ਰੱਖਣੇ। ਵੈਸੇ ਤਾਂ ਜ਼ਿਆਦਾ ਇੰਪੋਰਟੈਂਟ ਹੀਰਾਕੁੰਡ ਹੀ ਹੈਗਾ, ਸਭ ਤੋਂ ਲੰਬਾਈ ਦੇ ਵਿੱਚ ਡੈਮ ਪੈਂਦਾ ਇਹ। ਟਿਕਰਾਪਾਰਾ ਤੇ ਨਰਾਜ਼ ਜਿਹੜੀਆਂ ਨਦੀ ਯੋਜਨਾਵਾਂ ਚੱਲਦੀਆਂ ਨੇ ਉਹ ਮਹਾਨਦੀ ਦੇ ਉੱਪਰ ਹੀ ਚੱਲਦੀ, ਠੀਕ ਹੈ। ਤਾਂ ਵੈਰੀ ਇੰਪੋਰਟੈਂਟ ਹੈ ਜੀ ਬੰਗਾਲ ਦੀ ਖਾੜੀ ਜਾਣ ਵਾਲੀ ਨਦੀ। ਇਸ ਤੋਂ ਬਾਅਦ ਜੀ ਗੋਦਾਵਰੀ ਨਦੀ, ਠੀਕ ਹੈ ਜੀ। ਗੋਦਾਵਰੀ ਨਦੀ ਕੀ ਖਾਸੀਅਤ ਹੈ? ਇਹ ਪ੍ਰਾਇਦੀਪੀ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ ਬਈ। ਪ੍ਰਾਇਦੀਪੀ ਭਾਰਤ ਦੀ ਸਭ ਤੋਂ ਲੰਬੀ ਨਦੀ ਦੇ ਤੌਰ ਤੇ ਉਹਨੂੰ ਜਾਣਿਆ ਜਾਂਦਾ ਹੈ। ਅਪਰੋਕਸ 1465 ਕਿਲੋਮੀਟਰ ਦੇ ਕਰੀਬ ਇਹਦੀ ਲੰਬਾਈ ਹੈ, ਠੀਕ ਹੈ। ਤੇ ਇਹ ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਪੁਡੂਚੇਰੀ ਦਾ ਜਿਹੜਾ ਇਲਾਕਾ ਹੈਗਾ ਤੁਹਾਨੂੰ ਪਤਾ ਵੀ ਪੁਡੂਚੇਰੀ ਜਿਹੜਾ ਸਾਡਾ ਇਹ ਤਿੰਨ ਸਟੇਟਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਤਾਂ ਪੁਡੂਚੇਰੀ ਦਾ ਜਿਹੜਾ ਜਨਮ ਹੈਗਾ, ਇਸ ਤੋਂ ਇਲਾਵਾ ਛੱਤੀਸਗੜ੍ਹ, ਐਮਪੀ, ਉੜੀਸਾ ਤੇ ਕਰਨਾਟਕ, ਠੀਕ ਹੈ ਜੀ। ਇਹ ਦੇਖੋ ਕਿੰਨੀਆਂ ਸਟੇਟਾਂ ਨੂੰ ਕਵਰ ਕਰਦੀ ਹੋਈ ਜਾਂਦੀ ਹੈ। ਤਾਂ ਮਹਾਰਾਸ਼ਟਰ ਹੋ ਗਿਆ ਜੀ, ਤੇਲੰਗਾਨਾ ਹੋ ਗਿਆ, ਆਂਧਰਾ ਪ੍ਰਦੇਸ਼ ਹੋ ਗਿਆ, ਪੁਡੂਚੇਰੀ ਹੋ ਗਿਆ, ਠੀਕ ਹੈ। ਛੱਤੀਸਗੜ੍ਹ ਹੋ ਗਿਆ ਤੁਹਾਡਾ, ਮੱਧ ਪ੍ਰਦੇਸ਼ ਹੋ ਗਿਆ, ਉੜੀਸਾ ਹੋ ਗਿਆ ਤੇ ਕਰਨਾਟਕ ਹੋ ਗਿਆ। ਇਹਨਾਂ ਏਰੀਆਸ ਨੂੰ ਕਵਰ ਕਰਦੀ ਹੈ ਸਾਡੀ ਇਹ ਜਿਹੜੀ ਨਦੀ ਹੈ ਇਹ। ਤੇ ਕਿੱਥੋਂ ਇਹਦਾ ਜਨਮ ਹੁੰਦਾ ਬਈ? ਇਹ ਨਾਸਿਕ ਦੇ ਵਿੱਚ, ਨਾਸਿਕ ਦੇ ਨੇੜੇ ਇੱਕ ਤ੍ਰਿਅੰਬਕ ਨਾਂ ਦਾ ਸਥਾਨ ਹੈ, ਉੱਥੋਂ ਦੀ ਪਹਾੜੀਆਂ ਨੇੜੇ। ਤਾਂ ਉੱਥੋਂ ਇਸ ਨਦੀ ਦਾ ਜਨਮ ਹੁੰਦਾ, ਠੀਕ ਹੈ। ਤੇ ਵੈਰੀ ਵੈਰੀ ਇੰਪੋਰਟੈਂਟ ਨਦੀ ਹੈਗੀ ਇਹ। ਪ੍ਰਾਇਦੀਪੀ ਪਠਾਰ ਦੀ ਸਭ ਤੋਂ ਲੰਬੀ ਨਦੀ ਹੈ ਸਾਡੀ ਗੋਦਾਵਰੀ ਨਦੀ। ਇਹਦੇ ਕੰਢੇ ਦੇ ਉੱਪਰ ਕੁੰਭ ਦਾ ਮੇਲਾ ਲੱਗਦਾ ਹੈ, ਠੀਕ ਹੈ ਜੀ। ਨਾਸਿਕ, ਤਾਂ ਮੈਂ ਤੁਹਾਨੂੰ ਲਾਸਟ ਕਲਾਸ ਵਿੱਚ ਦੱਸਿਆ ਸੀ ਵੀ 4 ਵੱਡੇ ਕੁੰਭ ਲੱਗਦੇ ਨੇ ਜਿਹਨੂੰ ਅਸੀਂ ਮਹਾਕੁੰਭ ਦੇ ਨਾਮ ਨਾਲ ਜਾਣਦੇ ਹਾਂ। ਇਹਨੂੰ ਬੁੱਢੀ ਗੰਗਾ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਵੀ ਬੁੱਢੀ ਗੰਗਾ, ਜਾਂ ਦੱਖਣ ਦੀ ਬੁੱਢੀ ਗੰਗਾ ਦੇ ਨਾਮ ਨਾਲ। ਬੁੱਢੀ ਗੰਗਾ ਸ਼ਬਦ ਜਿਹੜਾ ਆਊਗਾ ਉਹ ਗੋਦਾਵਰੀ ਦੇ ਨਾਲ ਹੀ ਆਊਗਾ। ਦੱਖਣ ਦੀ ਬੁੱਢੀ ਗੰਗਾ ਵੀ ਇਹਨੂੰ ਅਸੀਂ ਆਖ ਸਕਦੇ ਹਾਂ, ਠੀਕ ਹੈ ਜੀ। ਦੱਖਣ ਦੀ ਗੰਗਾ ਸ਼ਬਦ ਹੋਰ ਆਊਗਾ, ਠੀਕ ਹੈ ਨਾ, ਆਪਾਂ ਅੱਗੇ ਪੜਾਂਗੇ ਜਾ ਕੇ। ਇਸ ਤੁਹਾਡੀ ਗੋਦਾਵਰੀ ਨਦੀ ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਇਹ ਯਾਦ ਰੱਖਣਾ ਇਹਨੂੰ ਅੱਗੇ ਜੀ। ਇਸ ਤੋਂ ਅੱਗੇ ਜੀ ਕ੍ਰਿਸ਼ਨਾ ਨਦੀ। ਇਹ ਸੈਕਿੰਡ ਲਾਰਜੈਸਟ ਨਦੀ ਹੈ ਪ੍ਰਾਇਦੀਪੀ ਪਠਾਰ ਦੀ। ਅਪਰੋਕਸ 1401 ਕਿਲੋਮੀਟਰ ਦਾ ਇਹਦਾ ਏਰੀਆ ਪੈਂਦਾ ਹੈਗਾ। ਕਰਨਾਟਕ ਦੇ ਨਜ਼ਦੀਕ ਇਹ, ਕਰਨਾਟਕ ਦੇ ਵਿੱਚ ਮਹਾਬਲੇਸ਼ਵਰ ਨਾਮਕ ਸਥਾਨ ਤੋਂ ਨਿਕਲ ਕੇ ਆਉਂਦੀ ਹੈ ਬਈ। ਮਹਾਬਲੇਸ਼ਵਰ ਯਾਦ ਰੱਖਣਾ, ਮਹਾਬਲੇਸ਼ਵਰ। ਤਾਂ ਇਹ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ 4 ਸੂਬਿਆਂ ਨੂੰ ਕਵਰ ਕਰਦੀ ਹੈ ਨਦੀ ਇਹ। ਇਹਦੀ ਖਾਸੀਅਤ ਨਦੀ ਦੀ ਕੀ ਹੈ? ਕ੍ਰਿਸ਼ਨਾ ਨਦੀ ਦੀ ਖਾਸੀਅਤ ਕੀ ਹੈ ਵੀ ਜਿੰਨੀਆਂ ਵੀ ਸਾਡੇ ਜਲ ਬਿਜਲੀ ਯੋਜਨਾਵਾਂ ਬਣਾਈਆਂ ਜਾਂਦੀਆਂ ਨੇਗੀਆਂ ਉਹਨਾਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਜਲ ਬਿਜਲੀ ਪਰਿਯੋਜਨਾਵਾਂ ਬਣਾਉਣ ਦੇ ਲਈ ਕਾਰਗਰ ਨਦੀ ਮੰਨੀ ਜਾਂਦੀ ਹੈ। ਮਤਲਬ ਸਭ ਤੋਂ ਜ਼ਿਆਦਾ ਬਿਜਲੀ ਯੋਜਨਾਵਾਂ ਜਿਹੜੀ ਬਣਾਈਆਂ ਗਈਆਂ ਨੇ ਜਲ ਬਿਜਲੀ ਯੋਜਨਾਵਾਂ ਉਹ ਇਸ ਨਦੀ ਦੇ ਉੱਪਰ, ਕ੍ਰਿਸ਼ਨਾ ਨਦੀ ਦੇ ਉੱਪਰ ਹੀ ਬਣਾਈਆਂ। ਇਹਦੇ ਵਿੱਚ ਇਹ ਮੰਨਿਆ ਜਾਂਦਾ ਵੀ ਇਹਦੇ ਵਿੱਚੋਂ ਹੀਰੇ ਤੇ ਸੋਨਾ ਵੀ ਪਾਇਆ ਜਾਂਦਾ ਇਸ ਨਦੀ ਦੇ ਵਿੱਚ, ਠੀਕ ਹੈ ਜੀ। ਲੋਕਾਂ ਦੀ ਮਾਨਤਾ ਹੈਗੀ, ਠੀਕ ਹੈ। ਤਾਂ ਵੈਰੀ ਇੰਪੋਰਟੈਂਟ ਨਦੀ ਜਿਹੜੀ ਅਗਲੀ ਨਦੀ ਬਾਰੇ ਆਪਾਂ ਗੱਲ ਕਰਦੇ ਹਾਂ, ਕਾਵੇਰੀ ਨਦੀ ਸਾਡੀ। ਕਾਵੇਰੀ ਵੈਰੀ ਇੰਪੋਰਟੈਂਟ ਹੈ। ਇਹ ਵੀ ਕਰਨਾਟਕ ਦੇ ਕੁਰਗ ਜ਼ਿਲ੍ਹੇ ਦੇ ਵਿੱਚੋਂ ਨਿਕਲਦੀ ਹੈ, ਬ੍ਰਹਮਗਿਰੀ ਦੀ ਪਹਾੜੀਆਂ ਦੇ ਵਿੱਚੋਂ। ਬ੍ਰਹਮਗਿਰੀ ਨਾਮਕ ਪਹਾੜੀਆਂ ਦੇ ਵਿੱਚ ਉਹਦਾ ਜਨਮ ਹੁੰਦਾ ਹੈ ਜੀ। ਵੈਰੀ ਇੰਪੋਰਟੈਂਟ ਹੈ। ਅਪਰੋਕਸ 1341 ਕਿਲੋਮੀਟਰ ਦੇ ਕਰੀਬ ਲੰਬੀ ਨਦੀ ਹੈ।
ਤੇ ਕਿਹੜੇ-ਕਿਹੜੇ ਏਰੀਆ ਨੂੰ ਕਵਰ ਕਰਦੀ, ਕੇਰਲਾ ਨੂੰ ਕਵਰ ਕਰਦੀ ਹੈ, ਕਰਨਾਟਕ ਨੂੰ ਕਵਰ ਕਰਦੀ ਹੈ ਤੇ ਤਮਿਲਨਾਡੂ ਨੂੰ ਕਵਰ ਕਰਦੀ ਹੈ। ਠੀਕ ਹੈ ਜੀ, ਕਾਫੀ ਸਾਰਾ ਵਿਵਾਦ ਵੀ ਇਹਨਾਂ ਸਟੇਟਾਂ ਦੇ ਵਿੱਚ ਹੈਗਾ ਇਸ ਨਦੀ ਨੂੰ ਲੈ ਕੇ। ਠੀਕ ਹੈ, ਤਾਂ ਵੈਰੀ ਇੰਪੋਰਟੈਂਟ ਹੈ। ਇਹਨੂੰ ਅਸੀਂ ਦੱਖਣ ਦੀ ਗੰਗਾ ਦੇ ਨਾਮ ਨਾਲ ਵੀ ਜਾਣਦੇ ਹੁੰਦੇ ਹਾਂ, ਇਹਨੂੰ ਅਸੀਂ ਦੱਖਣ ਦੀ ਗੰਗਾ ਦੇ ਨਾਮ ਨਾਲ ਜਾਣਦੇ ਹੁੰਦੇ ਹਾਂ। ਤੇ ਇਸ ਤੋਂ ਇਲਾਵਾ ਇਹਨੂੰ ਰਾਈਸ ਬਾਉਲ ਆਫ ਇੰਡੀਆ, ਰਾਈਸ ਬਾਉਲ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਇਹ ਉਸ ਏਰੀਆ ਨੂੰ ਕਵਰ ਕਰਦੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ, ਠੀਕ ਹੈ ਜੀ, ਤੁਹਾਨੂੰ ਪਤਾ ਕੇਰਲਾ, ਕਰਨਾਟਕ ਤੇ ਤਮਿਲ, ਤਾਂ ਕੇਰਲਾ ਦੇ ਵਿੱਚੋਂ ਨਿਕਲ ਕੇ ਜੀ ਇਹ, ਠੀਕ ਹੈ ਜੀ, ਇਹ ਕਰਨਾਟਕਾ ਨੂੰ ਕਵਰ ਕਰਦੀ ਹੋਈ ਇਹ ਤਮਿਲਨਾਡੂ ਜਾ ਕੇ। ਠੀਕ ਹੈ, ਇਸ ਏਰੀਆ ਦੇ ਵਿੱਚ ਨਾ ਬਹੁਤ ਸਾਰਾ ਖੇਤਰ ਜਿਹੜਾ ਹੈਗਾ ਇੱਥੇ ਚਾਵਲ ਦੀ ਖੇਤੀ ਕੀਤੀ ਜਾਂਦੀ ਹੈ, ਤਾਂ ਇਹ ਚਾਵਲ ਦੀ ਖੇਤੀ ਦੇ ਏਰੀਆ ਨੂੰ ਕਵਰ ਕਰਦੀ ਹੈ। ਇਸ ਕਰਕੇ ਉਹਨੂੰ ਰਾਈਸ ਬਾਉਲ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਸਾਊਥ ਰਾਈਸ ਬਾਉਲ ਆਫ ਇੰਡੀਆ ਦੇ ਨਾਮ ਨਾਲ ਵੀ ਉਹਨੂੰ ਸਾਊਥ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਕਲੀਅਰ, ਤੇ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਕਾਵੇਰੀ ਨਦੀ, ਵੈਰੀ ਇੰਪੋਰਟੈਂਟ। ਨੈਕਸਟ ਹੈ ਜੀ ਪਿਨਾਰ ਨਦੀ, ਇਹ ਕਿੰਨੀ ਖਾਸ ਇੰਪੋਰਟੈਂਟ ਨਹੀਂ ਹੈਗੀ, ਚਲੋ ਫਿਰ ਵੀ ਆਪਾਂ ਕਰ ਲੈਂਦੇ ਇਹਦੇ ਵਿੱਚ। ਤਾਂ ਨੰਦੀ ਦੁਰਗ ਦੀ ਪਹਾੜੀਆਂ ਚੋਂ ਨਿਕਲ ਕੇ ਆਉਂਦੀ ਹੈ ਕਰਨਾਟਕ ਦੇ ਵਿੱਚੋਂ, ਇਹ ਵੈਸਟਰਨ ਘਾਟ ਜਿਹੜਾ ਸਾਡਾ ਲਗਭਗ 597 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਵੀ। ਠੀਕ ਹੈ, ਇਸ ਤੋਂ ਬਾਅਦ ਆ ਗਈ ਤੁੰਗਭਦਰਾ, ਇਹ ਕ੍ਰਿਸ਼ਨਾ ਦੀ ਸਹਾਇਕ ਨਦੀ ਹੈ, ਯਾਦ ਰੱਖਣਾ ਕ੍ਰਿਸ਼ਨਾ ਦੀ ਸਹਾਇਕ ਨਦੀ, ਆਪ ਨਹੀਂ ਡਾਇਰੈਕਟ ਇਹ ਜਾ ਕੇ ਕ੍ਰਿਸ਼ਨ ਨਦੀ ਜਾ ਕੇ ਮਿਲ ਜਾਂਦੀ ਹੈ। ਤਾਂ ਇਹ ਵੀ ਪੱਛਮੀ ਘਾਟ ਦੇ ਵਿੱਚੋਂ ਨਿਕਲਦੀ ਹੈ, ਜਿਹੜੀ ਕਰਨਾਟਕ ਦੇ ਵਿੱਚੋਂ ਨਿਕਲਦੀ ਹੈ। ਇਹ ਗੰਗਾ ਮੂਲ ਚੋਟੀ ਦੇ ਵਿੱਚੋਂ, ਗੰਗਾ ਮੂਲ ਚੋਟੀ ਦੇ ਵਿੱਚੋਂ ਨਿਕਲ ਕੇ ਬਾਅਦ ਦੇ ਵਿੱਚ ਇਹ ਕ੍ਰਿਸ਼ਨਾ ਨਦੀ ਦਾ ਅੰਗ ਬਣ ਕੇ ਬਾਅਦ ਵਿੱਚ ਬੰਗਾਲ ਦੀ ਖਾੜੀ 'ਚ ਜਾ ਕੇ ਸਮਾ ਜਾਂਦੀ। ਠੀਕ ਹੈ, ਤਾਂ ਇਹ ਸੀ ਨਦੀਆਂ ਸਾਡੀਆਂ। ਅੱਗੇ ਜੀ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਰਬ ਸਾਗਰ ਦੇ ਵਿੱਚ ਸਮਾਉਣ ਵਾਲੀਆਂ ਕਿਹੜੀ ਨਦੀਆਂ। ਇਸ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਅਰਬ ਸਾਗਰ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਸਮਾਉਣ ਵਾਲੀਆਂ ਨਦੀਆਂ। ਹੁਣ ਆਪਾਂ ਗੱਲ ਕਰਦੇ ਹਾਂ ਅਰਬ ਸਾਗਰ ਦੇ ਵਿੱਚ ਜਾ ਕੇ ਸਮਾਉਣ ਵਾਲੀਆਂ ਜਿਹੜੀਆਂ ਸਾਡੀਆਂ ਨਦੀਆਂ ਨੇ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਨਰਮਦਾ ਨਦੀ ਬਾਰੇ, ਵੈਰੀ ਇੰਪੋਰਟੈਂਟ ਨਰਮਦਾ ਨਦੀ ਹੈ। ਦੇਖੋ ਸਭ ਤੋਂ ਪਹਿਲਾਂ ਇਹ ਭ੍ਰੰਸ਼ ਘਾਟੀ ਜਿਹੜੀ ਸਾਡੀ ਰਿਫਟ ਵੈਲੀ ਜਿਹਨੂੰ ਅਸੀਂ ਬੋਲਦੇ ਹਾਂ, ਤਾਂ ਇਹ ਤੁਹਾਨੂੰ ਵੀ ਸ਼ੇਪ 'ਚ ਵੀ ਮਿਲਦੀਆਂ ਨੇ, ਤੁਹਾਨੂੰ ਇਹ ਯੂ ਸ਼ੇਪ 'ਚ ਮਿਲਦੀਆਂ ਨੇਗੀਆਂ। ਤਾਂ ਇਹ ਇੱਕ ਰਿਫਟ ਵੈਲੀ ਦੇ ਵਿੱਚੋਂ ਵਗਣ ਵਾਲੀ ਇੱਕ ਨਦੀ ਹੈ, ਤੇ ਰਿਫਟ ਵੈਲੀ ਦੇ ਵਿੱਚੋਂ ਵਗਣ ਵਾਲੀਆਂ ਨਦੀਆਂ ਦਾ ਜਿਹੜਾ ਵਹਾਅ ਹੁੰਦਾ ਨਾ ਕੰਪੈਰੇਟਿਵ ਬਾਕੀ ਨਦੀਆਂ ਦੇ ਮੁਕਾਬਲੇ ਉਹ ਤੇਜ਼ ਹੁੰਦਾ ਮੈਦਾਨਾਂ ਦੇ ਵਿੱਚ ਵਗਣ ਵਾਲੀਆਂ ਮੁਕਾਬਲੇ। ਤੇ ਇਸ ਕਰਕੇ ਨਾ ਇਹ ਨਦੀਆਂ ਜਿਹੜੀਆਂ ਰਿਫਟ ਵੈਲੀ 'ਚ ਵਹਿੰਦੀਆਂ ਨੇਗੀਆਂ ਉਹ ਡੈਲਟਾ ਨਹੀਂ ਬਣਾਉਂਦੀਆਂ ਹੈਗੀਆਂ, ਉਹ ਐਸਟੂਰੀਜ਼ ਬਣਾਉਂਦੀਆਂ ਨੇਗੀਆਂ। ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਐਸਟੂਰੀਜ਼ ਕੀ ਹੁੰਦੀ ਹੈ ਤੇ ਡੈਲਟਾ ਕੀ ਹੁੰਦਾ ਹੈਗਾ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਦੇਖੋ ਜੀ ਇਹਦਾ ਜਿਹੜਾ ਜਨਮ ਹੁੰਦਾ ਹੈਗਾ ਇਹ ਮੈਕਾਲ ਪਰਬਤ, ਅਮਰਕੰਟਕ ਦੇ ਮਤਲਬ ਮੈਕਾਲ ਪਰਬਤ ਦੀ ਅਮਰਕੰਟਕ ਚੋਟੀ ਦੇ ਵਿੱਚ ਹੁੰਦਾ ਹੈਗਾ, ਜਿਹਦੇ ਵਿੱਚੋਂ ਆਪਾਂ ਉਸ ਦਿਨ ਹੀ ਪੜ੍ਹਿਆ ਸੀਗਾ ਸੋਨ ਤੇ ਕੇਨ ਵਗੈਰਾ ਨਿਕਲ ਕੇ ਆਉਂਦੀਆਂ ਨੇਗੀਆਂ। ਅਪਰੋਕਸ 1312 ਕਿਲੋਮੀਟਰ ਦੇ ਕਰੀਬ ਲੰਬੀ ਹੈ ਇਹ ਨਦੀ। ਮੱਧ ਪ੍ਰਦੇਸ਼ ਨੂੰ ਕਵਰ ਕਰਦੀ ਹੈ, ਗੁਜਰਾਤ ਨੂੰ ਕਵਰ ਕਰਦੀ ਹੈ ਤੇ ਇਹ ਮਹਾਰਾਸ਼ਟਰ ਨੂੰ ਕਵਰ ਕਰਦੀ ਹੈ। ਠੀਕ ਹੈ, ਤੇ ਇਸੇ ਨਦੀ ਦੇ ਉੱਪਰ ਜਿਹੜਾ ਤੁਹਾਡਾ ਸਰਦਾਰ ਸਰੋਵਰ ਡੈਮ ਹੈਗਾ ਉਹ ਬਣਾਇਆ ਗਿਆ, ਤੇ ਉਸੇ ਦੇ ਡੈਮ ਦੇ ਉੱਪਰ ਹੀ ਸੰਸਾਰ ਦੀ ਸਭ ਤੋਂ ਲੰਬੀ ਜਿਹੜੀ ਮੂਰਤੀ ਹੈ ਸਰਦਾਰ ਵੱਲਭ ਭਾਈ ਪਟੇਲ ਦੀ, ਜਿਹਨੂੰ ਯੂਨਿਟੀ ਆਫ ਸਟੈਚੂ ਆਫ ਯੂਨਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਇਹ ਇਸੇ ਨਦੀ ਦੇ ਡੈਮ ਦੇ ਉੱਪਰ ਬਣਾਈ ਗਈ, ਸਰਦਾਰ ਸਰੋਵਰ ਡੈਮ ਦੇ ਉੱਪਰ ਬਣਾਈ ਗਈ। ਤਾਂ ਵੈਰੀ ਵੈਰੀ ਇੰਪੋਰਟੈਂਟ ਹੈ, ਯਾਦ ਰੱਖਣਾ ਜੀ ਇਹ। ਜੇ ਤੁਹਾਨੂੰ ਕਈ ਵਾਰ ਕੁਐਸਚਨ ਇਹ ਵੀ ਪੁੱਛ ਲੈਂਦਾ ਹੈ ਵੀ ਅਰਬ ਸਾਗਰ ਦੇ ਵਿੱਚ ਸਮਾਉਣ ਵਾਲੀ ਸਭ ਤੋਂ ਲੰਬੀ ਨਦੀ ਕਿਹੜੀ ਹੈ, ਵੱਡੀ ਨਦੀ ਕਿਹੜੀ ਹੈ, ਤਾਂ ਉਹ ਨਰਮਦਾ ਨਦੀ ਹੀ ਹੈ ਬਈ। ਠੀਕ ਹੈ ਜੀ, ਇਹ ਡੈਲਟਾ ਨਹੀਂ ਬਣਾਉਂਦੀ, ਇਹ ਐਸਟੂਰੀਜ਼ ਬਣਾਉਂਦੀ ਹੈ, ਭ੍ਰੰਸ਼ ਘਾਟੀ 'ਚ ਬਹਿ ਕੇ ਜਾਂਦੀ ਹੈ। ਇਹ ਨਾ ਇੱਕ ਝਰਨਾ ਬਣਾਉਂਦੀ ਹੈ ਜਿਹਨੂੰ ਕਪਿਲ ਧਾਰਾ ਜਾਂ ਧੂਆਂ ਧਾਰ ਝਰਨੇ ਦੇ ਨਾਮ ਨਾਲ ਵੀ ਜਾਣਦੇ, ਤਾਂ ਫੇਮਸ ਹੈ ਵੀ ਧੂਆਂ ਧਾਰ ਝਰਨਾ ਜਾਂ ਕਪਿਲ ਧਾਰਾ ਦਾ ਜਿਹੜਾ ਝਰਨਾ ਹੈਗਾ, ਕਿਹੜੀ ਵੈਰੀ ਇੰਪੋਰਟੈਂਟ ਹੈਗਾ, ਯਾਦ ਰੱਖਣਾ ਇਹਨੂੰ। ਤਾਂ ਇਹ ਸੀ ਤੁਹਾਡੀ ਨਰਮਦਾ ਨਦੀ। ਇਸ ਤੋਂ ਬਾਅਦ ਆਪਾਂ ਗੱਲ ਕरें ਤਾਪੀ ਨਦੀ, ਇਹ ਵੀ ਭ੍ਰੰਸ਼ ਘਾਟੀ 'ਚ ਬਹਿ ਕੇ ਜਾਂਦੀ ਹੈ ਬਈ, ਵੈਰੀ ਇੰਪੋਰਟੈਂਟ ਹੈ। ਠੀਕ ਹੈ ਜੀ, ਇਹ ਵੀ ਡੈਲਟਾ ਨਹੀਂ ਬਣਾਉਂਦੀ ਹੈਗੀ, ਇਹ ਵੀ ਐਸਟੂਰੀਜ਼ ਬਣਾਉਂਦੀ ਹੈ। ਤਾਂ ਇਹ ਐਮਪੀ ਦੇ ਬੈਤੂਲ ਜ਼ਿਲ੍ਹੇ ਦੇ ਵਿੱਚੋਂ ਨਿਕਲ ਕੇ ਜਾਂਦੀ ਹੈ ਜੀ, ਮੁਲਤਾਈ ਨਾਮਕ ਪਹਾੜੀ ਦੇ ਵਿੱਚੋਂ ਸਤਪੁੜਾ ਰੇਂਜ 'ਚ ਪੈਂਦਾ ਇਹ। ਠੀਕ ਹੈ, ਤਾਂ ਯਾਦ ਰੱਖਣਾ ਵੀ ਇਹਨੂੰ। ਇਹ ਮਹਾਰਾਸ਼ਟਰ, ਐਮਪੀ ਤੇ ਗੁਜਰਾਤ ਨੂੰ ਕਵਰ ਕਰਦੀ ਹੈ। ਠੀਕ ਹੈ ਜੀ, ਤੇ ਬਾਅਦ ਦੇ ਵਿੱਚ ਜਾ ਕੇ ਖੰਬਾਤ ਦੀ ਖਾੜੀ 'ਚ ਸਮਾ ਜਾਂਦੀ, ਜਿਹੜੀ ਕਿ ਅਰਬ ਸਾਗਰ ਦਾ ਇੱਕ ਪਾਰਟ ਮੰਨੀ ਜਾਂਦੀ। ਖਾੜੀਆਂ ਵੈਸੇ ਅਲੱਗ ਹੁੰਦੀਆਂ ਨੇਗੀਆਂ। ਠੀਕ ਹੈ, ਇਸ ਦੇ ਮੁਹਾਨੇ ਦੇ ਉੱਪਰ ਜਿਹੜਾ ਵਸਿਆ ਹੋਇਆ ਸ਼ਹਿਰ ਹੈਗਾ ਉਹ ਹੈਗਾ ਜੀ ਬਹੁਤ ਵੱਡਾ ਸ਼ਹਿਰ, ਜਿਹੜਾ ਆਪਣੇ ਹੀਰੇ ਦੇ ਕੰਮਾਂ ਲਈ ਜ਼ਿਆਦਾ ਫੇਮਸ ਹੈਗਾ, ਤਾਂ ਉਹਦਾ ਨਾਮ ਹੈ ਜੀ ਸੂਰਤ ਸ਼ਹਿਰ। ਠੀਕ ਹੈ, ਵੈਰੀ 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 ਇੰਪੋਰਟੈਂਟ ਹੈ ਵੀ ਨਦੀ ਤੁਹਾਡੇ ਵਾਸਤੇ, ਤਾਪੀ ਨਦੀ। ਨੈਕਸਟ ਆਪਾਂ ਗੱਲ ਕਰਦੇ ਜੀ ਸਾਬਰਮਤੀ ਨਦੀ। ਸਾਬਰਮਤੀ ਨਦੀ ਜ਼ਿਆਦਾ ਇਸ ਕਰਕੇ ਜਾਣੀ ਜਾਂਦੀ ਵੀ ਕਿਉਂਕਿ ਇਹਦੇ ਉੱਪਰ ਗੁਜਰਾਤ ਦਾ ਇੱਕ ਬਹੁਤ ਵੱਡਾ ਸ਼ਹਿਰ ਜਿਹੜਾ ਅਹਿਮਦਾਬਾਦ ਹੈ ਉਹ ਇਹਦੇ ਉੱਪਰ ਵਸਿਆ ਹੈ। ਕੁਝ ਸਾਲ ਪਹਿਲਾਂ ਯੂਨੈਸਕੋ ਵੱਲੋਂ ਜਿਹੜਾ ਅਹਿਮਦਾਬਾਦ ਸੀ ਇਹ ਭਾਰਤ ਦੀ ਪਹਿਲੀ ਵਰਲਡ ਹੈਰੀਟੇਜ ਸਿਟੀ ਦੇ ਤੌਰ ਤੇ ਡਿਕਲੇਅਰ ਕੀਤਾ ਗਿਆ ਸੀ। ਤਾਂ ਅਹਿਮਦਾਬਾਦ ਵੈਰੀ ਇੰਪੋਰਟੈਂਟ ਹੈ। ਆਪਾਂ ਦੇਖ ਲੈਂਦੇ ਹਾਂ ਇਹਦਾ ਜਨਮ ਜਿਹੜਾ ਕਿੱਥੋਂ ਹੋਇਆ ਵੀ, ਤਾਂ ਇਹ 371 ਕਿਲੋਮੀਟਰ ਨੂੰ ਕਵਰ ਕਰਦੀ ਹੋਈ ਜਾਂਦੀ ਹੈ, ਰਾਜਸਥਾਨ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ, ਅਰਾਵਲੀ ਰੇਂਜ ਦੇ ਵਿੱਚੋਂ। ਜੈ ਸਮੁੰਦਰ ਝੀਲ ਹੈ ਦੀ, ਠੀਕ ਹੈ, ਜੈ ਸਮੁੰਦਰ ਝੀਲ ਦੀ ਪੈ ਜਾਂਦੀ ਉਦੈਪੁਰ ਦੇ ਵਿੱਚ। ਉਦੈਪੁਰ ਝੀਲ ਜਿਹੜੀ ਜੈ ਸਮੁੰਦਰ ਝੀਲ ਹੈ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਅਰਾਵਲੀ ਰੇਂਜ ਦੇ ਵਿੱਚੋਂ। ਠੀਕ ਹੈ, ਤੇ ਸਾਬਰਮਤੀ ਨਦੀ ਬਾਅਦ ਦੇ ਵਿੱਚ ਜਾ ਕੇ ਇਹ ਜਿਹੜੀ ਤੁਹਾਡੀ ਹੈ ਇਹ ਬੰਗਾਲ ਦੀ ਖਾੜੀ 'ਚ ਜਾ ਕੇ ਸਮਾ ਜਾਂਦੀ ਹੈ। ਠੀਕ ਹੈ, ਨੈਕਸਟ ਆਪਾਂ ਗੱਲ ਕਰੀਏ ਮਾਹੀ ਨਦੀ। ਮਾਹੀ ਨਦੀ ਵੈਰੀ ਇੰਪੋਰਟੈਂਟ ਹੈ, ਮਾਹੀ ਨਦੀ ਬਾਰੇ ਕੁਐਸਚਨ ਪਹਿਲਾਂ ਬਣ ਚੁੱਕੇ ਨੇ ਐਗਜ਼ਾਮ ਦੇ ਵਿੱਚ। ਤਾਂ ਇਹ ਐਮਪੀ 'ਚੋਂ ਨਿਕਲਦੀ ਹੈ ਜੀ, ਵਿੰਧਿਆਚਲ ਪਰਬਤ ਦੇ ਪੱਛਮ ਦੇ ਵਿੱਚੋਂ ਮੇਹਦ ਝੀਲ ਹੈ, ਮੇਹਦ ਝੀਲ ਦੇ ਵਿੱਚੋਂ ਇਹਦਾ ਜਨਮ ਹੁੰਦਾ ਹੈਗਾ। ਧਾਰ ਜ਼ਿਲ੍ਹਾ, ਐਮਪੀ ਦਾ ਧਾਰ ਜ਼ਿਲ੍ਹਾ ਵਿੰਧਿਆਚਲ ਪਰਬਤ ਦੇ ਨਜ਼ਦੀਕ ਪੱਛਮ ਦੇ ਵਿੱਚ ਪੈਂਦਾ ਇਹ,
ਮਿਹਰ ਝੀਲ ਉੱਥੋਂ ਨਿਕਲਦੀ ਹੈ। ਇਹਦੀ ਖਾਸੀਅਤ ਇਹ ਹੈ ਵੀ ਜਿਹੜੀ ਮਾਹੀ ਨਦੀ ਹੈ ਇਹ ਕਰਕ ਰੇਖਾ ਨੂੰ 2 ਵਾਰ ਕੱਟਦੀ ਹੈ। ਇਹ ਮੰਨ ਲਓ ਇੱਥੋਂ ਨਿਕਲੀ ਤਾਂ ਇੱਕ ਵਾਰ ਕੱਟ ਕੇ ਦੁਬਾਰਾ ਫਿਰ ਚਲੀ ਗਈ, ਠੀਕ ਹੈ। ਤਾਂ ਇਹ 2 ਵਾਰੀ ਕੱਟਦੀ ਹੈ ਬਈ, ਯਾਦ ਰੱਖਣਾ ਵੀ ਇੱਕ ਮਾਤਰ ਨਦੀ ਹੈ ਜਿਹੜੀ ਕਰਕ ਰੇਖਾ ਨੂੰ 2 ਵਾਰੀ ਕੱਟਦੀ ਹੈ ਭਾਰਤ ਦੀ, ਠੀਕ ਹੈ ਜੀ, ਤੁਹਾਨੂੰ ਯਾਦ ਰੱਖਣਾ ਬਈ। ਨੈਕਸਟ ਹੈ ਜੀ MP, ਰਾਜਸਥਾਨ ਤੇ ਗੁਜਰਾਤ ਏਰੀਆ ਨੂੰ ਕਵਰ ਕਰਦੀ ਹੈ। ਦੇ ਬਾਅਦ ਵਿੱਚ ਜਾ ਕੇ ਇਹ ਜਿਹੜਾ ਤੁਹਾਡਾ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਸਮਾ ਜਾਂਦੀ। ਉਸ ਤੋਂ ਪਹਿਲਾਂ ਹੀ ਖੈਰ ਨਦੀ ਕੋਈ ਜ਼ਿਆਦਾ ਲੰਮੀ ਤਾਂ ਹੈ ਨਹੀਂ ਨਦੀ ਇਹ। ਅੱਗੇ ਬਈ ਲੂਣੀ ਨਦੀ ਵੈਰੀ ਇੰਪੋਰਟੈਂਟ ਹੈ ਜੀ, ਇਹ ਅਜਮੇਰ ਦੇ ਨਜ਼ਦੀਕ ਨਿਕਲਦੀ ਹੈ ਜੀ, ਅਰਾਵਲੀ ਦੇ ਨਾਗ ਪਰਬਤ ਦੇ ਵਿੱਚੋਂ, ਠੀਕ ਹੈ ਜੀ। ਤਾਂ ਇਹ ਇੱਕ ਕੋਈ ਜ਼ਿਆਦਾ ਲੰਬੀ ਚੌੜੀ ਨਦੀ ਨਹੀਂ ਹੈਗੀ, ਠੀਕ ਹੈ। ਇਹ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਜਾ ਕੇ ਸਮਾ ਜਾਂਦੀ ਹੁੰਦੀ ਹੈ, ਕੋਈ ਖਾਸ ਇੰਪੋਰਟੈਂਟ ਨਹੀਂ ਹੈਗੀ ਇਹਦੇ ਵਿੱਚ। ਤਾਂ ਅਜਮੇਰ ਦੇ ਨਜ਼ਦੀਕ ਤੋਂ ਨਿਕਲਦੀ ਹੈ, ਅਰਾਵਲੀ ਦੇ ਨਾਗ ਪਰਬਤ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਬਈ। ਨੈਕਸਟ ਆਪਾਂ ਗੱਲ ਕਰ ਲੈਂਦੇ ਘੱਗਰ ਦੀ, ਜਿਹੜੀ ਆਪਣੇ ਪੰਜਾਬ ਚੋਂ ਲੰਘ ਕੇ ਜਾਂਦੀ ਘੱਗਰ ਸਤਲੁਜ, ਸੌਰੀ ਇਹ ਤੁਹਾਡੀ ਸਰਦੂਲਗੜ੍ਹ ਦੇ ਨੇੜੇ ਚੋਂ ਲੰਘ ਕੇ ਆਉਂਦੀ ਹੈ, ਮਾਨਸਾ ਜ਼ਿਲ੍ਹਾ ਜਿਹੜਾ ਪੈਂਦਾ ਆਪਣਾ। ਤਾਂ ਇਹ ਸ਼ਿਵਾਲਿਕ ਰੇਂਜ ਚੋਂ ਨਿਕਲਦੀ ਹੈ, ਸ਼ਿਮਲਾ ਦੇ ਨਜ਼ਦੀਕ ਤੋਂ ਨਿਕਲ ਕੇ ਆਉਂਦੀ ਹੈ। 465 ਕਿਲੋਮੀਟਰ ਦੇ ਕਰੀਬ ਲੰਬੀ ਨਦੀ ਹੈ। ਤੇ ਵੈਸੇ ਅੱਜ ਕੱਲ੍ਹ ਇਹ ਬਰਸਾਤੀ ਨਦੀ ਦੇ ਤੌਰ 'ਤੇ ਜ਼ਿਆਦਾ ਜਾਣੀ ਜਾਂਦੀ ਹੁੰਦੀ ਹੈ। ਬਰਸਾਤੀ ਨਦੀ ਦੇ ਤੌਰ 'ਤੇ ਤਾਂ ਇਹ ਕਾਫੀ ਵਿਸ਼ਾਲ ਰੂਪ ਧਾਰਨ ਕਰ ਲੈਂਦੀ ਹੁੰਦੀ, ਜਦੋਂ ਬਰਸਾਤਾਂ ਦਾ ਸਮਾਂ ਹੁੰਦਾ ਤਾਂ ਉਸ ਟਾਈਮ ਇਹ ਕਾਫੀ ਉਗਰ ਰੂਪ ਧਾਰਨ ਕਰਕੇ ਰੱਖਦੀ ਹੁੰਦੀ ਹੈ। ਤੇ ਇਹ ਹਨੂਮਾਨਗੜ੍ਹ ਜ਼ਿਲ੍ਹਾ ਜਿਹੜਾ ਹੈਗਾ, ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਜਾ ਕੇ ਇਹ ਉਹਦੇ ਰੇਗਿਸਤਾਨ ਦੇ ਵਿੱਚ ਜਾ ਕੇ ਸਮਾ ਜਾਂਦੀ ਹੈ, ਮਿਲ ਜਾਂਦੀ ਹੈ, ਠੀਕ ਹੈ ਜੀ। ਵੈਸੇ ਤਾਂ ਅੱਜ ਕੱਲ੍ਹ ਨਾਲੇ ਦਾ ਰੂਪ ਧਾਰਨ ਕਰਿਆ ਹੋਇਆ ਨੇ, ਜਿਹੜੇ ਸਰਦੂਲਗੜ੍ਹ ਸਾਈਡ ਦੇ ਹੈਗੇ ਨੇ ਸਟੂਡੈਂਟ ਉਹਨਾਂ ਨੂੰ ਪਤਾ ਹੋਊਗਾ ਇਸ ਨਦੀ ਬਾਰੇ, ਜਾਂ ਜਿਹੜੇ ਵੀ ਕ੍ਰੋਸ ਕਰਕੇ ਜਾਂਦੇ ਨੇ, ਜਦੋਂ ਸਰਸੇ ਜਾਣਾ ਹੁੰਦਾ ਤੁਸੀਂ ਨਾ, ਮਾਨਸਾ ਤੋਂ ਸਰਸਾ ਜਾਣਾ ਹੁੰਦਾ ਸਰਸੇ ਰੋਡ ਦੇ ਉੱਪਰ, ਇੱਕ ਵਿਸ਼ਾਲ ਜਿਹੜਾ ਤੁਹਾਨੂੰ ਉੱਥੇ ਦੇਖਣ ਇਹਦਾ ਰੂਪ ਦੇਖਣ ਨੂੰ ਮਿਲੂਗਾ, ਠੀਕ ਹੈ ਜੀ। ਪੁਲ ਵਗੈਰਾ ਇਹਦੇ ਉੱਪਰ ਨਵਾਂ ਬਣਿਆ ਹੋਇਆ ਹੈਗਾ, ਠੀਕ ਹੈ ਨਾ। ਖੈਰ ਲੰਬਾਈ ਚੌੜਾਈ ਜ਼ਿਆਦਾ ਇਹਦੀ ਨਹੀਂ, ਚੌੜਾਈ ਇਹਦੀ ਜ਼ਿਆਦਾ ਨਹੀਂ ਹੈਗੀ, ਪਰ ਲੰਬਾਈ ਤਾਂ ਚਲੋ ਫਿਰ ਵੀ ਹੈਗੀ ਕਾਫੀ ਦੀ, ਠੀਕ ਹੈ। ਪਰ ਇਹਨੂੰ ਅਸੀਂ ਘੱਗਰ ਨਦੀ ਦੇ ਤੌਰ 'ਤੇ ਹਜੇ ਜਾਣਦੇ ਹਾਂ, ਕਲੀਅਰ ਜੀ। ਤਾਂ ਵੈਰੀ ਇੰਪੋਰਟੈਂਟ ਨਦੀ ਹੈ। ਅੱਛਾ ਬਈ ਇਹ ਸੀ ਤੁਹਾਡੀਆਂ ਨਦੀਆਂ ਕੁਛ ਜਿਹੜੀਆਂ ਬੰਗਾਲ ਦੀ ਖਾੜੀ 'ਚ ਜਾ ਕੇ ਸਮਾ ਜਾਂਦੀਆਂ ਨੇ, ਜਿਹੜੀਆਂ ਅਰਬ ਸਾਗਰ 'ਚ ਜਾ ਕੇ ਸਮਾ ਜਾਂਦੀਆਂ, ਠੀਕ ਹੈ। ਅੱਛਾ ਵੀ ਇਸ ਤੋਂ ਬਾਅਦ ਆਪਾਂ ਘਾਟੀਆਂ ਦੀ ਗੱਲ ਕਰ ਲੈਂਦੇ, ਕੁਝ ਘਾਟੀਆਂ ਬਾਰੇ ਵੀ ਕੁਐਸਚਨ ਤੁਹਾਨੂੰ ਪੁੱਛੇ ਗਏ ਨੇ, ਕਿਹੜੀ ਘਾਟੀਆਂ ਨੇ, ਕਿੱਥੇ ਕਿੱਥੇ ਹੈਗੀਆਂ ਨੇ, ਉਹਦੇ ਬਾਰੇ ਕੁਐਸਚਨ ਆਏ ਹੋਏ ਨੇ ਪੇਪਰ ਦੇ ਵਿੱਚੋਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਸ਼ਾਂਤ ਸਾਇਲੈਂਟ ਵੈਲੀ ਜਿਹਨੂੰ ਅਸੀਂ ਬੋਲਦੇ ਹਾਂ। ਇਹ ਵੈਲੀਜ਼ ਨੇ ਸਾਰੀਆਂ ਬਈ। ਵੈਲੀਜ਼ ਕੀ ਹੁੰਦਾ ਹੈ, ਪਹਾੜਾਂ ਦੇ ਵਿਚਕਾਰ ਜਿਹੜਾ ਮੈਦਾਨੀ ਇਲਾਕਾ ਹੁੰਦਾ ਉਹਨੂੰ ਅਸੀਂ ਵੈਲੀਜ਼ ਜਾਂ ਘਾਟੀ ਦਾ ਨਾਮ ਦੇ ਦਿੰਦੇ ਹਾਂ, ਠੀਕ ਹੈ। ਤਾਂ ਸ਼ਾਂਤ ਘਾਟੀ ਕਿੱਥੇ ਜੀ, ਕੇਰਲ ਦੇ ਵਿੱਚ ਹੈ। ਤਾਂ ਵੈਰੀ ਇੰਪੋਰਟੈਂਟ ਹੈ, ਕਈ ਵਾਰ ਆ ਚੁੱਕਿਆ ਪੇਪਰ ਦੇ ਵਿੱਚ। ਫੁੱਲਾਂ ਦੀ ਘਾਟੀ ਜਿਹੜੀ ਹੈ ਇਹ ਉੱਤਰਾਖੰਡ ਦੇ ਵਿੱਚ ਹੈ ਬਈ, ਉੱਤਰਾਖੰਡ ਯੂਕੇ ਮੀਨਸ ਉੱਤਰਾਖੰਡ ਦੇ ਵਿੱਚ ਹੈ। ਮੂਰਖਾ ਘਾਟੀ ਜਿਹੜੀ ਹੈ ਇਹ ਲਦਾਖ ਦੇ ਵਿੱਚ ਪੈਂਦੀ ਹੈ। ਇਸੇ ਤਰ੍ਹਾਂ ਨੁਬਰਾ ਘਾਟੀ, ਠੀਕ ਹੈ ਜੀ, ਜਿੱਥੋਂ ਨੁਬਰਾ ਨਦੀ ਨਿਕਲ ਕੇ ਆਉਂਦੀ ਹੈ, ਸਿਆਚਿਨ ਗਲੇਸ਼ੀਅਰ ਦੇ ਨਜ਼ਦੀਕ ਪੈਂਦੀ ਹੈ ਨੁਬਰਾ ਘਾਟੀ, ਇਹ ਵੀ ਲਦਾਖ ਏਰੀਆ 'ਚ ਪੈ ਜਾਂਦੀ ਸਾਡੇ। ਕਿਨੌਰ ਘਾਟੀ ਜਿਹੜੀ ਆਪਣੇ ਸੇਬ ਉਤਪਾਦਨ ਦੇ ਲਈ ਫੇਮਸ ਹੈ ਬਈ, ਹਿਮਾਚਲ ਪ੍ਰਦੇਸ਼ 'ਚ ਪੈਂਦੀ ਹੈ। ਕੁੱਲੂ ਘਾਟੀ ਜਿਹੜੀ ਤੁਹਾਡਾ ਕੁੱਲੂ ਦਾ ਜਿਹੜਾ ਦੁਸ਼ਹਿਰਾ ਫੇਮਸ ਹੈ, 1 ਮਹੀਨਾ ਲਗਾਤਾਰ ਚੱਲਦਾ ਜੀ ਕੁੱਲੂ ਦੁਸ਼ਹਿਰਾ ਜਿਹੜਾ, ਉਹਦੇ ਲਈ ਫੇਮਸ ਹੈ। ਕੁੱਲੂ ਘਾਟੀ ਹਿਮਾਚਲ ਪ੍ਰਦੇਸ਼ 'ਚ ਪੈਂਦੀ ਹੈ। ਸਾਂਗਲਾ ਘਾਟੀ ਜਿਹੜੀ ਪੈਂਦੀ ਹੈ ਹਿਮਾਚਲ ਪ੍ਰਦੇਸ਼ 'ਚ ਪੈਂਦੀ ਹੈ। ਕਾਂਗੜਾ, ਲਾਹੌਲ, ਸਪੀਤੀ ਘਾਟੀ, ਸਪੀਤੀ ਵੀ ਆ ਜਾਂਦੀ ਇਹਦੇ ਵਿੱਚ, ਇਹ ਕਿੱਥੇ ਪੈਂਦੀ ਹੈ ਵੀ ਹਿਮਾਚਲ ਪ੍ਰਦੇਸ਼ 'ਚ ਪੈ ਜਾਂਦੀਆਂ ਨੇ ਘਾਟੀਆਂ ਜਿਹੜੀਆਂ। ਸ਼ੋਰ ਘਾਟੀ ਜਿਹੜੀ ਹੈ ਉੱਤਰਾਖੰਡ 'ਚ ਪੈਂਦੀ ਹੈ। ਜੋਹਰ ਘਾਟੀ ਜਿਹੜੀ ਜਾਂ ਜੋਹਾਰ ਘਾਟੀ ਹੈ ਇਹ ਵੀ ਉੱਤਰਾਖੰਡ 'ਚ ਪੈ ਜਾਂਦੀ ਹੈ, ਵੈਰੀ ਇੰਪੋਰਟੈਂਟ ਹੈ। ਜੁਕੂ ਘਾਟੀ ਜਿਹੜੀ ਹੈ ਇਹ ਨਾਗਾਲੈਂਡ ਦਾ ਹਿੱਸਾ ਹੈਗੀ। ਤੇ ਨਿਓਰਾ ਘਾਟੀ ਜਿਹੜੀ ਹੈ ਇਹ ਦਾਰਜਲਿੰਗ ਜਾਂ ਜਿਹਨੂੰ ਅਸੀਂ ਜਿਹੜਾ ਦਾਰਜਲਿੰਗ ਹੈ ਇਹ ਤੁਹਾਨੂੰ ਪਤਾ ਹੈ ਪੱਛਮੀ ਬੰਗਾਲ ਦਾ ਹਿੱਸਾ ਪੈਂਦਾ, ਠੀਕ ਹੈ ਜੀ। ਤਾਂ ਇਹ ਵੈਰੀ ਇੰਪੋਰਟੈਂਟ ਕੁਛ ਸਾਰੀਆਂ ਘਾਟੀਆਂ ਸੀਗੀਆਂ, ਕਲੀਅਰ। ਇਸੇ ਤਰ੍ਹਾਂ ਆਪਣਾ ਜਿਹੜਾ ਨਦੀ ਤੰਤਰ ਦਾ ਟੌਪਿਕ ਹੈ ਆਪਾਂ ਨੂੰ ਸਮਾਪਤ ਕਰਦੇ ਹਾਂ। ਇਸ ਤੋਂ ਬਾਅਦ ਇੱਕ ਨਵਾਂ ਟੌਪਿਕ ਆਪਾਂ ਸ਼ੁਰੂਆਤ ਕਰਾਂਗੇ। ਕੁਝ ਨੈਟਵਰਕ ਇਸ਼ੂ ਹੋਣ ਕਰਕੇ ਮੈਂ ਤੁਹਾਨੂੰ ਕਲਾਸ ਪਾ ਰਿਹਾ ਬਈ, ਠੀਕ ਹੈ। ਆਪਾਂ ਲਾਈਵ ਇਹਦੇ ਵਿੱਚ ਨਹੀਂ ਆ ਸਕੇ ਸੀਗੇ, ਤਾਂ ਇਸ ਕਰਕੇ ਮੈਂ ਤੁਹਾਨੂੰ ਕਲਾਸ ਦੇ ਰਿਹਾਗਾ। ਕੋਈ ਕਲਾਸ ਆਪਣੀ ਮਿਸ ਨਹੀਂ ਹੋਣੀ ਚਾਹੀਦੀ ਕੋਈ ਵੀ, ਤਾਂ ਪੇਪਰ ਕਦੋਂ ਵੀ ਆ ਸਕਦਾ, ਤੁਸੀਂ ਇਸ ਕਰਕੇ ਆਪਣੀ ਤਿਆਰੀ ਨੂੰ ਵਧੀਆ ਤਰੀਕੇ ਨਾਲ ਹਜੇ ਵੀ ਕਰੀ ਚਲੋ ਬਈ, ਠੀਕ ਹੈ। ਤਾਂ ਕਿਉਂਕਿ ਪੇਪਰ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿੰਨਾ ਤੁਹਾਨੂੰ ਸਮਾਂ ਮਿਲਦਾ ਪੇਪਰ ਦੇ ਵਿੱਚੋਂ, ਇਸ ਕਰਕੇ ਆਪਣੀ ਜ਼ਰੂਰ ਤਿਆਰੀ ਫਿਰ ਤੁਸੀਂ ਲਗਾਤਾਰ ਕਰਦੇ ਰਹੋਗੇ, ਕਲੀਅਰ। ਥੈਂਕ ਯੂ ਵੈਰੀ ਮੱਚ ਜੁੜਨ ਦੇ ਲਈ। ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਸਾਥੀ ਮਿੱਤਰ ਤੱਕ ਇਹਨੂੰ। ਥੈਂਕ ਯੂ ਵੈਰੀ ਮੱਚ।